ਬਟਵਾਰੇ ਦੇ 2-3 ਸਾਲ ਬਾਅਦ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਖਿਆਲ ਆਇਆ ਕਿ ਸਧਾਰਨ ਕੈਦੀਆਂ ਵਾਂਗ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦਾ ਹੈ। ਯਾਨੀ ਕਿ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿੱਚ ਹਨ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਅਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿੱਚ ਹਨ ਉਹਨਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ। ਪਤਾ ਨਹੀਂ ਇਹ ਗੱਲ ਠੀਕ ਸੀ ਜਾਂ ਨਹੀਂ। ਬਹਰਹਾਲ ਬੁੱਧੀਮਾਨਾਂ ਦੇ ਫੈਸਲੇ ਅਨੁਸਾਰ ਇੱਧਰ ਉੱਧਰ ਉੱਚੇ ਪੱਧਰ ਦੀਆਂ ਕਾਨਫਰੰਸਾਂ ਹੋਈਆਂ ਅਤੇ ਆਖਰ ਇੱਕ ਦਿਨ ਪਾਗਲਾਂ ਦੇ ਤਬਾਦਲੇ ਲਈ ਸਮਾਂ ਨਿਸ਼ਚਿਤ ਹੋ ਗਿਆ। ਉਹਨਾਂ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਗਈ। ਉਹ ਮੁਸਲਮਾਨ ਪਾਗਲ ਜਿਨ੍ਹਾਂ ਦੇ ਪਾਲਣਹਾਰੇ ਹਿੰਦੁਸਤਾਨ ਵਿੱਚ ਸਨ ਉੱਥੇ ਹੀ ਰਹਿਣ ਦਿੱਤੇ, ਜੋ ਬਾਕੀ ਸਨ ਉਹਨਾਂ ਨੂੰ ਸੀਮਾ ਵੱਲ ਰਵਾਨਾ ਕਰ ਦਿੱਤਾ ਗਿਆ। ਇੱਥੋਂ ਪਾਕਿਸਤਾਨ 'ਚੋਂ ਕਰੀਬ ਸਭ ਹਿੰਦੂ ਸਿੱਖ ਜਾ ਚੁੱਕੇ ਸਨ, ਇਸ ਲਈ ਕਿਸੇ ਨੂੰ ਰੱਖਣ ਦਾ ਸਵਾਲ ਹੀ ਨਾ ਪੈਦਾ ਹੋਇਆ। ਜਿੰਨੇ ਹਿੰਦੂ ਸਿੱਖ ਪਾਗਲ ਸਨ ਪੁਲਿਸ ਦੀ ਸੁਰੱਖਿਆ ਹੇਠ ਸਭ ਦੇ ਸਭ ਸੀਮਾ ਉੱਤੇ ਪਹੁੰਚਾ ਦਿੱਤੇ ਗਏ। ਉਧਰ ਦੀ ਪਤਾ ਨਹੀਂ, ਲੇਕਿਨ ਇੱਧਰ ਲਾਹੌਰ ਦੇ ਪਾਗਲਖਾਨੇ ਵਿੱਚ ਜਦੋਂ ਇਸ ਤਬਾਦਲੇ ਦੀ ਖਬਰ ਪਹੁੰਚੀ ਤਾਂ ਬੜੀਆਂ ਦਿਲਚਸਪ ਅਤੇ ਹੈਰਾਨੀਜਨਕ ਗੱਲਾਂ ਹੋਣ ਲੱਗੀਆਂ। ਇੱਕ ਮੁਸਲਮਾਨ ਪਾਗਲ ਜੋ 12 ਵਰ੍ਹਿਆਂ ਤੋਂ ਰੋਜ਼ਾਨਾ ਬਕਾਇਦਗੀ ਨਾਲ ਜ਼ਮੀਂਦਾਰ ਪੜ੍ਹਦਾ ਸੀ, ਉਸ ਤੋਂ ਜਦੋਂ ਉਸਦੇ ਦੋਸਤ ਨੇ ਪੁੱਛਿਆ, ਮੌਲਵੀ ਸਾਹਿਬ ਇਹ ਹਿੰਦੁਸਤਾਨ ਕੀ ਹੁੰਦਾ ਹੈ, ਤਾਂ ਉਸਨੇ ਬੜੀ ਸੋਚ ਵਿਚਾਰ ਬਾਅਦ ਜਵਾਬ ਦਿੱਤਾ, ਹਿੰਦੁਸਤਾਨ ਇੱਕ ਐਸੀ ਜਗ੍ਹਾ ਹੈ ਜਿੱਥੇ ਉਸਤਰੇ ਬਣਦੇ ਹਨ। ਇਹ ਜਵਾਬ ਸੁਣ ਕੇ ਉਸਦਾ ਮਿੱਤਰ ਸੰਤੁਸ਼ਟ ਹੋ ਗਿਆ। ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇੱਕ ਦੂਸਰੇ ਮਿੱਤਰ ਪਾਗਲ ਤੋਂ ਪੁੱਛਿਆ, ਸਰਦਾਰ ਜੀ ਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹਾ, ਸਾਨੂੰ ਤਾਂ ਉੱਥੋਂ ਦੀ ਬੋਲੀ ਵੀ ਨਹੀਂ ਆਉਂਦੀ। ਦੂਸਰਾ ਮੁਸਕਰਾ ਪਿਆ, ਮੈਨੂੰ ਤਾਂ ਹਿੰਦੁਸਤਾਨ ਦੀ ਬੋਲੀ ਆਉਂਦੀ ਹੈ, ਹਿੰਦੁਸਤਾਨੀ ਬੜੇ ਸ਼ੈਤਾਨੀ ਆਕੜ ਫਿਰਦੇ ਹਨ। ਇੱਕ ਮੁਸਲਮਾਨ ਪਾਗਲ ਨੇ ਨਹਾਉਂਦੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਇਸ ਜ਼ੋਰ ਨਾਲ ਬੁਲੰਦ ਕੀਤਾ ਕਿ ਫਰਸ਼ ਤੋਂ ਫਿਸਲ ਕੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਕੁਝ ਪਾਗਲ ਐਸੇ ਵੀ ਸਨ ਜੋ ਪਾਗਲ ਨਹੀਂ ਸਨ। ਇਹਨਾਂ ਵਿੱਚੋਂ ਜ਼ਿਆਦਾਤਰ ਅਜਿਹੇ ਕਾਤਲ ਸਨ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫਸਰਾਂ ਨੂੰ ਦੇ ਦਿਵਾ ਕੇ ਪਾਗਲਖਾਨੇ ਭਿਜਵਾ ਦਿੱਤਾ ਸੀ ਤਾਂ ਕਿ ਉਹ ਫਾਂਸੀ ਦੇ ਫੰਦੇ ਤੋਂ ਬਚ ਜਾਣ। ਇਹ ਲੋਕ ਕੁਝ ਸਮਝਦੇ ਸਨ ਕਿ ਹਿੰਦੁਸਤਾਨ ਨੂੰ ਕਿਉਂ ਵੰਡਿਆ ਗਿਆ ਹੈ ਅਤੇ ਪਾਕਿਸਤਾਨ ਕੀ ਹੈ, ਲੇਕਿਨ ਸਾਰੀਆਂ ਘਟਨਾਵਾਂ ਤੋਂ ਇਹ ਵੀ ਬੇਖਬਰ ਸਨ। ਅਖਬਾਰਾਂ ਤੋਂ ਕੁਝ ਪਤਾ ਨਹੀਂ ਚੱਲਦਾ ਸੀ ਅਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਤੇ ਜਾਹਿਲ ਸਨ। ਗੱਲਬਾਤ ਤੋਂ ਉਹ ਕੋਈ ਨਤੀਜਾ ਨਹੀਂ ਕੱਢ ਸਕਦੇ ਸਨ। ਉਹਨਾਂ ਨੂੰ ਸਿਰਫ ਇੰਨਾ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜਿੰਨਾਹ ਹੈ ਜਿਸ ਨੂੰ ਕਾਇਦੇ ਆਜ਼ਮ ਕਹਿੰਦੇ ਹਨ। ਉਸਨੇ ਮੁਸਲਮਾਨਾਂ ਦੇ ਲਈ ਇੱਕ ਅਲੱਗ ਮੁਲਕ ਬਣਾਇਆ ਹੈ ਜਿਸ ਦਾ ਨਾਮ ਪਾਕਿਸਤਾਨ ਹੈ। ਇਹ ਕਿੱਥੇ ਹੈ, ਇਸ ਦੀ ਸਥਿਤੀ ਕੀ ਹੈ, ਇਸ ਵਿਸ਼ੇ ਬਾਰੇ ਉਹ ਕੁਝ ਨਹੀਂ ਜਾਣਦੇ ਸਨ। ਇਹੀ ਕਾਰਨ ਸੀ ਕਿ ਪਾਗਲਖਾਨੇ ਵਿੱਚ ਉਹ ਸਭ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਨਾਲ ਖਰਾਬ ਨਹੀਂ ਸੀ ਇਸ ਉਧੇੜ-ਬੁਣ ਵਿੱਚ ਸੀ ਕਿ ਉਹ ਹੁਣ ਪਾਕਿਸਤਾਨ ਵਿੱਚ ਹਨ ਜਾਂ ਹਿੰਦੁਸਤਾਨ ਵਿੱਚ। ਜੇ ਹਿੰਦੁਸਤਾਨ ਵਿੱਚ ਹਨ ਤਾਂ ਪਾਕਿਸਤਾਨ ਕਿੱਥੇ ਹੈ, ਤੇ ਜੇ ਉਹ ਪਾਕਿਸਤਾਨ ਵਿੱਚ ਹਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਕੁਝ ਅਰਸਾ ਪਹਿਲਾਂ ਇੱਥੇ ਰਹਿੰਦੇ ਹੋਏ ਹੀ ਹਿੰਦੁਸਤਾਨ ਵਿੱਚ ਸਨ। ਇੱਕ ਪਾਗਲ ਤਾਂ ਪਾਕਿਸਤਾਨ ਅਤੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਚੱਕਰ ਵਿੱਚ ਐਸਾ ਪਿਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ। ਝਾੜੂ ਦਿੰਦਾ ਇੱਕ ਦਿਨ ਦਰਖਤ ਤੇ ਚੜ੍ਹ ਗਿਆ ਤੇ ਕਟਾਣੀ ਉੱਤੇ ਬੈਠ ਕੇ 2 ਘੰਟੇ ਲਗਾਤਾਰ ਭਾਸ਼ਣ ਦਿੰਦਾ ਰਿਹਾ ਜੋ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਨਾਜ਼ੁਕ ਮਾਮਲੇ ਉੱਤੇ ਸੀ। ਸਿਪਾਹੀਆਂ ਨੇ ਉਸ ਨੂੰ ਹੇਠਾਂ ਉਤਰਨ ਲਈ ਕਿਹਾ ਤਾਂ ਉਸਨੇ ਕਿਹਾ, ਮੈਂ ਨਾ ਹਿੰਦੁਸਤਾਨ ਵਿੱਚ ਰਹਿਣਾ ਨਾ ਪਾਕਿਸਤਾਨ ਵਿੱਚ, ਮੈਂ ਇਸ ਦਰਖਤ ਤੇ ਹੀ ਰਹੂੰਗਾ। ਬੜੀ ਮੁਸ਼ਕਿਲ ਦੇ ਬਾਅਦ ਜਦੋਂ ਉਸ ਦਾ ਦੌਰਾ ਠੰਡਾ ਹੋਇਆ ਤਾਂ ਉਹ ਹੇਠਾਂ ਉਤਰਿਆ ਅਤੇ ਆਪਣੇ ਹਿੰਦੂ ਸਿੱਖ ਦੋਸਤਾਂ ਨਾਲ ਗਲੇ ਮਿਲ ਕੇ ਰੋਣ ਲੱਗਾ। ਇਸ ਖਿਆਲ ਨਾਲ ਉਸ ਦਾ ਦਿਲ ਭਰ ਆਇਆ ਕਿ ਉਹ ਉਸ ਨੂੰ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ। ਇੱਕ MSc ਰੇਡੀਓ ਇੰਜੀਨੀਅਰ ਜੋ ਮੁਸਲਮਾਨ ਸੀ ਤੇ ਦੂਸਰੇ ਮੁਸਲਮਾਨਾਂ ਨਾਲੋਂ ਬਿਲਕੁਲ ਅਲੱਗ ਸੀ, ਬਾਗ ਦੀ ਇੱਕ ਖਾਸ ਪਗਡੰਡੀ ਉੱਤੇ ਸਾਰਾ ਦਿਨ ਖਾਮੋਸ਼ ਟਹਿਲਦਾ ਰਹਿੰਦਾ ਸੀ। ਉਸ ਵਿੱਚ ਇੱਕ ਤਬਦੀਲੀ ਆਈ ਕਿ ਉਸਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਦਫੇਦਾਰ ਦੇ ਹਵਾਲੇ ਕਰ ਦਿੱਤੇ ਅਤੇ ਨੰਗ ਧੜੰਗਾ ਹੋ ਕੇ ਸਾਰੇ ਬਾਗ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ। ਚਨਿਓਟ ਵਿੱਚ ਇੱਕ ਮੋਟੇ ਮੁਸਲਮਾਨ ਪਾਗਲ ਨੇ ਜੋ ਮੁਸਲਿਮ ਲੀਗ ਦਾ ਇੱਕ ਸਰਗਰਮ ਮੈਂਬਰ ਰਹਿ ਚੁੱਕਾ ਸੀ,
ਅਤੇ ਦਿਨ ਵਿੱਚ 15-16 ਵਾਰ ਨਹਾਇਆ ਕਰਦਾ ਸੀ। ਇੱਕਦਮ ਇਹ ਆਦਤ ਛੱਡ ਦਿੱਤੀ। ਉਸ ਦਾ ਨਾਮ ਮੁਹੰਮਦ ਅਲੀ ਸੀ, ਕਿਉਂਕਿ ਉਸਨੇ ਇੱਕ ਦਿਨ ਆਪਣੇ ਜੰਗਲੇ ਵਿੱਚ ਐਲਾਨ ਕਰ ਦਿੱਤਾ ਕਿ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਹੈ। ਉਸ ਦੀ ਦੇਖਾ ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ। ਡਰ ਸੀ ਕਿ ਆਪਸ ਵਿੱਚ ਖੂਨ ਖਰਾਬਾ ਨਾ ਹੋ ਜਾਵੇ। ਦੋਹਾਂ ਨੂੰ ਖਤਰਨਾਕ ਪਾਗਲ ਕਰਾਰ ਦੇ ਕੇ ਅਲੱਗ-ਅਲੱਗ ਬੰਦ ਕਰ ਦਿੱਤਾ ਗਿਆ। ਉੱਥੇ ਲਾਹੌਰ ਦਾ ਇੱਕ ਨੌਜਵਾਨ ਹਿੰਦੂ ਵਕੀਲ ਸੀ ਜੋ ਪਿਆਰ ਦੇ ਚੱਕਰ ਵਿੱਚ ਪਾਗਲ ਹੋ ਗਿਆ ਸੀ। ਜਦੋਂ ਉਸਨੇ ਸੁਣਿਆ ਕਿ ਅੰਮ੍ਰਿਤਸਰ ਹਿੰਦੁਸਤਾਨ ਵਿੱਚ ਚਲਾ ਗਿਆ ਹੈ ਤਾਂ ਉਸਨੂੰ ਬਹੁਤ ਦੁੱਖ ਹੋਇਆ। ਇਸ ਸ਼ਹਿਰ ਦੀ ਇੱਕ ਹਿੰਦੂ ਲੜਕੀ ਨਾਲ ਉਸਨੂੰ ਪ੍ਰੇਮ ਹੋ ਗਿਆ ਸੀ। ਬੇਸ਼ੱਕ ਉਸਨੇ ਉਸ ਵਕੀਲ ਨੂੰ ਠੁਕਰਾ ਦਿੱਤਾ ਸੀ, ਪਰ ਦੀਵਾਨਗੀ ਦੀ ਹਾਲਤ ਵਿੱਚ ਵੀ ਉਹ ਉਸ ਨੂੰ ਭੁੱਲਿਆ ਨਹੀਂ ਸੀ। ਇਸ ਲਈ ਉਹ ਸਾਰੇ ਮੁਸਲਿਮ ਲੀਡਰਾਂ ਨੂੰ ਗਾਲਾਂ ਕੱਢਦਾ ਸੀ ਜਿਨ੍ਹਾਂ ਨੇ ਮਿਲ ਮਿਲਾ ਕੇ ਹਿੰਦੁਸਤਾਨ ਦੇ 2 ਟੁਕੜੇ ਕਰਾ ਦਿੱਤੇ। ਉਸ ਦੀ ਪ੍ਰੇਮਿਕਾ ਹਿੰਦੁਸਤਾਨੀ ਬਣ ਗਈ ਸੀ ਅਤੇ ਉਹ ਪਾਕਿਸਤਾਨੀ। ਜਦੋਂ ਤਬਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਵਕੀਲ ਨੂੰ ਪਾਗਲਾਂ ਨੇ ਸਮਝਾਇਆ ਕਿ ਉਹ ਦਿਲ ਛੋਟਾ ਨਾ ਕਰੇ, ਉਸ ਨੂੰ ਹਿੰਦੁਸਤਾਨ ਭੇਜ ਦਿੱਤਾ ਜਾਵੇਗਾ, ਉਸ ਹਿੰਦੁਸਤਾਨ ਵਿੱਚ ਜਿੱਥੇ ਉਸ ਦੀ ਪ੍ਰੇਮਿਕਾ ਰਹਿੰਦੀ ਹੈ। ਪਰ ਉਹ ਲਾਹੌਰ ਨਹੀਂ ਛੱਡਣਾ ਚਾਹੁੰਦਾ ਸੀ, ਇਸ ਖਿਆਲ ਨਾਲ ਕਿ ਅੰਮ੍ਰਿਤਸਰ ਵਿੱਚ ਉਸ ਦੀ ਪ੍ਰੈਕਟਿਸ ਨਹੀਂ ਚੱਲੇਗੀ। ਯੂਰਪੀਅਨ ਵਾਰਡ ਵਿੱਚ 2 ਐਂਗਲੋ ਇੰਡੀਅਨ ਪਾਗਲ ਸਨ। ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਅੰਗਰੇਜ਼ ਚਲੇ ਗਏ ਹਨ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ। ਘੰਟਿਆਂ ਬੱਧੀ ਇਸੇ ਸਮੱਸਿਆ ਉੱਤੇ ਗੱਲ ਕਰਦੇ ਰਹਿੰਦੇ ਕਿ ਪਾਗਲਖਾਨੇ ਵਿੱਚ ਉਹਨਾਂ ਦੀ ਹੈਸੀਅਤ ਕਿਸ ਤਰ੍ਹਾਂ ਦੀ ਹੋਵੇਗੀ। ਯੂਰਪੀਅਨ ਵਾਰਡ ਰਹੇਗਾ ਜਾਂ ਜਾਵੇਗਾ, ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂ, ਕਿ ਉਹਨਾਂ ਨੂੰ ਡਬਲ ਰੋਟੀ ਦੀ ਬਜਾਏ ਬਲੱਡੀ ਇੰਡੀਅਨ ਚਪਾਤੀ ਤਾਂ ਨਹੀਂ ਨਿਗਲਣੀ ਪਊਗੀ। ਇੱਕ ਸਿੱਖ ਸੀ ਜਿਸ ਨੂੰ ਪਾਗਲਖਾਨੇ ਵਿੱਚ ਦਾਖਲ ਹੋਏ 15 ਸਾਲ ਹੋ ਚੁੱਕੇ ਸਨ। ਹਰ ਵੇਲੇ ਉਸ ਦੀ ਜ਼ੁਬਾਨ 'ਚੋਂ ਅਜੀਬੋ-ਗਰੀਬ ਸ਼ਬਦ ਸੁਣਨ ਨੂੰ ਮਿਲਦੇ ਸਨ। ਓਪੜ ਦੀ ਗੜਗੜ ਦੀ ਐਨੈਕਸ ਦੀ ਬੇਧਿਆਨਾਂ ਦੀ ਮੂੰਗ ਦੀ ਦਾਲ ਆਖਦੀ ਲਾਲਟੈਨ। ਉਹ ਦਿਨ ਨੂੰ ਸੌਂਦਾ ਨਾ ਰਾਤ ਨੂੰ। ਪਹਿਰੇਦਾਰਾਂ ਦਾ ਕਹਿਣਾ ਸੀ ਕਿ 15 ਵਰ੍ਹਿਆਂ ਦੇ ਇਸ ਲੰਮੇ ਅਰਸੇ ਵਿੱਚ ਉਹ ਇੱਕ ਪਲ ਵੀ ਨਹੀਂ ਸੁੱਤਾ ਸੀ, ਲੇਟਦਾ ਵੀ ਨਹੀਂ ਸੀ। ਅਲਬੱਤਾ ਕਦੇ-ਕਦੇ ਕਿਸੇ ਦੀਵਾਰ ਦੇ ਨਾਲ ਢੋਹ ਲਗਾ ਲੈਂਦਾ ਸੀ। ਹਰ ਸਮੇਂ ਖੜੇ ਰਹਿਣ ਨਾਲ ਉਸ ਦੇ ਪੈਰ ਸੁੱਜੇ ਰਹਿੰਦੇ ਸੀ, ਪਿੰਡਲੀਆਂ ਵੀ ਫੁੱਲ ਗਈਆਂ ਸੀ। ਪਰ ਇਸ ਸਰੀਰਕ ਤਕਲੀਫ ਦੇ ਬਾਵਜੂਦ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਪਾਗਲਾਂ ਵਿੱਚ ਚਰਚਾ ਹੁੰਦੀ ਤਾਂ ਉਹ ਧਿਆਨ ਨਾਲ ਸੁਣਦਾ ਸੀ। ਕੋਈ ਉਸ ਤੋਂ ਪੁੱਛਦਾ ਸੀ ਕਿ ਉਸ ਦਾ ਕੀ ਖਿਆਲ ਹੈ ਤਾਂ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ, ਓਪੜ ਦੀ ਗੜਗੜ ਦੀ ਐਨੈਕਸ ਦੀ ਬੇਧਿਆਨਾਂ ਦੀ ਮੂੰਗ ਦੀ ਦਾਲ ਆਫ ਦੀ ਪਾਕਿਸਤਾਨ ਗਵਰਨਮੈਂਟ। ਪਰ ਬਾਅਦ ਵਿੱਚ ਆਫ ਦੀ ਪਾਕਿਸਤਾਨ ਗਵਰਨਮੈਂਟ ਦੀ ਜਗ੍ਹਾ ਆਫ ਦੀ ਟੋਬਾ ਟੇਕ ਸਿੰਘ ਨੇ ਲੈ ਲਈ ਅਤੇ ਉਸਨੇ ਦੂਸਰੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ ਤੇ ਉਹ ਕਿੱਥੇ ਦਾ ਰਹਿਣ ਵਾਲਾ ਹੈ। ਪਰੰਤੂ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ। ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਖੁਦ ਇਸ ਉਲਝਣ ਵਿੱਚ ਫਸ ਜਾਂਦੇ ਸੀ ਕਿ ਸਿਆਲਕੋਟ ਪਹਿਲਾਂ ਹਿੰਦੁਸਤਾਨ ਵਿੱਚ ਹੁੰਦਾ ਸੀ, ਪਰ ਹੁਣ ਸੁਣਿਆ ਹੈ ਕਿ ਉਹ ਪਾਕਿਸਤਾਨ ਵਿੱਚ ਹੈ। ਕੀ ਪਤਾ ਹੈ ਕਿ ਜੋ ਲਾਹੌਰ ਹੁਣ ਪਾਕਿਸਤਾਨ ਵਿੱਚ ਹੈ ਕੱਲ੍ਹ ਨੂੰ ਹਿੰਦੁਸਤਾਨ ਵਿੱਚ ਚਲਾ ਜਾਵੇਗਾ ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜਾਵੇ। ਅਤੇ ਇਹ ਵੀ ਕੌਣ ਛਾਤੀ 'ਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਕਿਸੇ ਦਿਨ ਪੂਰੀ ਤਰ੍ਹਾਂ ਗਾਇਬ ਨਹੀਂ ਹੋ ਜਾਣਗੇ। ਇਸ ਸਿੱਖ ਪਾਗਲ ਦੇ ਕੇਸ ਛਿੱਦੇ ਹੋ ਕੇ ਬਹੁਤ ਹੀ ਥੋੜ੍ਹੇ ਰਹਿ ਗਏ ਸੀ, ਕਿਉਂਕਿ ਉਹ ਬਹੁਤ ਘੱਟ ਨਹਾਉਂਦਾ ਸੀ ਅਤੇ ਦਾੜ੍ਹੀ ਵਾਲ ਆਪਸ ਵਿੱਚ ਜੰਮ ਗਏ ਸੀ, ਜਿਸ ਦੇ ਕਾਰਨ ਉਸ ਦੀ ਸ਼ਕਲ ਬੜੀ ਭਿਆਨਕ ਹੋ ਗਈ ਸੀ। ਪਰ ਉਹ ਕਿਸੇ ਆਦਮੀ ਦਾ ਨੁਕਸਾਨ ਨਹੀਂ ਕਰਦਾ ਸੀ। ਪਾਗਲਖਾਨੇ ਦੇ ਜੋ ਪੁਰਾਣੇ ਨੌਕਰ ਸੀ ਉਹ ਉਹਦੇ ਬਾਰੇ ਇੰਨਾ ਜਾਣਦੇ ਸਨ ਕਿ ਟੋਬਾ ਟੇਕ ਸਿੰਘ ਵਿੱਚ ਉਸ ਦੀ ਕਾਫੀ ਜ਼ਮੀਨ ਸੀ, ਚੰਗਾ ਖਾਂਦਾ ਪੀਂਦਾ ਜ਼ਿਮੀਂਦਾਰ ਸੀ ਕਿ ਅਚਾਨਕ ਹੀ ਦਿਮਾਗ ਉਲਟ ਗਿਆ। ਉਸ ਦੇ ਰਿਸ਼ਤੇਦਾਰ ਉਸ ਨੂੰ ਲੋਹੇ ਦੀਆਂ ਮੋਟੀਆਂ-ਮੋਟੀਆਂ ਜ਼ੰਜੀਰਾਂ ਨਾਲ ਬੰਨ੍ਹ ਕੇ ਲਿਆਏ ਅਤੇ ਪਾਗਲਖਾਨੇ ਵਿੱਚ ਦਾਖਲ ਕਰਾ ਗਏ। ਮਹੀਨੇ ਵਿੱਚ ਇੱਕ ਵਾਰ ਮੁਲਾਕਾਤ ਲਈ ਉਹ ਲੋਕ ਆਉਂਦੇ ਸੀ ਤੇ ਉਸ ਦੀ ਰਾਜੀ ਖੁਸ਼ੀ ਪਤਾ ਕਰਕੇ ਚਲੇ ਜਾਂਦੇ ਸੀ। ਇੱਕ ਮੁੱਦਤ ਤੱਕ ਇਹ ਸਿਲਸਿਲਾ ਚੱਲਦਾ ਰਿਹਾ, ਪਰ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਗੜਬੜ ਸ਼ੁਰੂ ਹੋ ਗਈ ਤਾਂ ਉਹਨਾਂ ਦਾ ਆਉਣਾ ਬੰਦ ਹੋ ਗਿਆ। ਉਸ ਦਾ ਨਾਮ ਬਿਸ਼ਨ ਸਿੰਘ ਸੀ, ਪਰ ਸਭ ਉਸ ਨੂੰ ਟੋਬਾ ਟੇਕ ਸਿੰਘ ਕਹਿੰਦੇ ਸੀ। ਉਸ ਨੂੰ ਇਹ ਬਿਲਕੁਲ ਪਤਾ ਨਹੀਂ ਸੀ ਕਿ ਦਿਨ ਕਿਹੜਾ ਹੈ, ਮਹੀਨਾ ਕਿਹੜਾ ਹੈ ਤੇ ਕਿੰਨੇ ਸਾਲ ਬੀਤ ਚੁੱਕੇ ਹਨ। ਪਰ ਹਰ ਮਹੀਨੇ ਜਦੋਂ ਉਸ ਦੇ ਸੱਜਣ ਅਤੇ ਸੰਬੰਧੀ ਉਸ ਨੂੰ ਮਿਲਣ ਆਉਂਦੇ ਤਾਂ ਉਸ ਨੂੰ ਆਪਣੇ ਆਪ ਪਤਾ ਚੱਲ ਜਾਂਦਾ ਸੀ, ਕਿਉਂਕਿ ਉਹ ਦਫੇਦਾਰ ਨੂੰ ਕਹਿ ਦਿੰਦਾ ਸੀ ਕਿ ਉਸ ਦੀ ਮੁਲਾਕਾਤ ਆ ਰਹੀ ਹੈ। ਉਸ ਦਿਨ ਉਹ ਚੰਗੀ ਤਰ੍ਹਾਂ ਨਹਾਉਂਦਾ, ਪਿੰਡੇ ਉੱਤੇ ਖੂਬ ਸਾਬਣ ਘਸਾਉਂਦਾ ਤੇ ਸਿਰ ਵਿੱਚ ਤੇਲ ਲਗਾ ਕੇ ਕੰਘੀ ਕਰਦਾ। ਆਪਣੇ ਕੱਪੜੇ ਜਿਹੜੇ ਉਹ ਕਦੇ ਨਹੀਂ ਸੀ ਪਾਉਂਦਾ
ਕਢਵਾ ਕੇ ਪਹਿਨਦਾ ਅਤੇ ਇੰਜ ਸੱਜ ਧੱਜ ਕੇ ਮਿਲਣ ਵਾਲਿਆਂ ਕੋਲ ਜਾਂਦਾ। ਉਹ ਉਸ ਤੋਂ ਕੁਝ ਪੁੱਛਦੇ ਤਾਂ ਉਹ ਖਾਮੋਸ਼ ਰਹਿੰਦਾ ਸੀ। ਕਦੇ ਕਦੇ ਉੱਪਰ ਦੀ ਗੜਗੜ ਦੀ ਐਨੈਕਸ ਦੀ ਬੇਧਿਆਨਾਂ ਦੀ ਮੂੰਗ ਦੀ ਦਾਲ ਆਪਦੀ ਲਾਲਟੈਨ ਕਹਿ ਦਿੰਦਾ। ਉਸ ਦੀ ਇੱਕ ਲੜਕੀ ਸੀ ਜੋ ਹਰ ਮਹੀਨੇ ਉਂਗਲ ਭਰ ਵੱਧਦੀ 15 ਵਰ੍ਹਿਆਂ ਦੀ ਮੁਟਿਆਰ ਹੋ ਗਈ ਸੀ। ਬਿਸ਼ਨ ਸਿੰਘ ਉਸ ਨੂੰ ਪਹਿਚਾਣਦਾ ਹੀ ਨਹੀਂ ਸੀ। ਜਦੋਂ ਉਹ ਬੱਚੀ ਸੀ ਉਦੋਂ ਵੀ ਆਪਣੇ ਬਾਪ ਨੂੰ ਦੇਖ ਕੇ ਰੋਂਦੀ ਸੀ। ਜਵਾਨ ਹੋਈ ਉਦੋਂ ਵੀ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿੰਦੇ ਰਹਿੰਦੇ। ਪਾਕਿਸਤਾਨ ਅਤੇ ਹਿੰਦੁਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਸਨੇ ਦੂਸਰੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ। ਜਦੋਂ ਤਸੱਲੀ ਬਖਸ਼ ਉੱਤਰ ਨਾ ਮਿਲਿਆ ਤਾਂ ਉਸ ਦੀ ਕੁਰੇਦ ਦਿਨ ਬ ਦਿਨ ਵੱਧਦੀ ਗਈ। ਹੁਣ ਉਸ ਦੀ ਮੁਲਾਕਾਤ ਨੂੰ ਵੀ ਕੋਈ ਨਹੀਂ ਆਉਂਦਾ ਸੀ। ਪਹਿਲਾਂ ਤਾਂ ਉਸ ਨੂੰ ਆਪਣੇ ਆਪ ਪਤਾ ਚੱਲ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਆ, ਪਰ ਹੁਣ ਜਿਵੇਂ ਉਸ ਦੇ ਦਿਲ ਦੀ ਆਵਾਜ਼ ਵੀ ਬੰਦ ਹੋ ਗਈ ਸੀ ਜੋ ਉਸ ਨੂੰ ਉਸ ਦੇ ਆਉਣ ਵਾਲਿਆਂ ਦੀ ਖਬਰ ਦੇ ਦਿਆ ਕਰਦੀ ਸੀ। ਉਸ ਦੀ ਬੜੀ ਇੱਛਾ ਸੀ ਕਿ ਉਹ ਲੋਕ ਆਉਣ ਜੋ ਉਸ ਨਾਲ ਹਮਦਰਦੀ ਪ੍ਰਗਟ ਕਰਦੇ ਸੀ ਤੇ ਉਸ ਦੇ ਲਈ ਫਲ, ਮਠਿਆਈਆਂ ਤੇ ਕੱਪੜੇ ਲਿਆਉਂਦੇ ਸੀ। ਉਹ ਜੇ ਉਹਨਾਂ ਤੋਂ ਪੁੱਛਦਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ ਤਾਂ ਉਹ ਜ਼ਰੂਰ ਹੀ ਦੱਸ ਦਿੰਦੇ ਕਿ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ, ਕਿਉਂਕਿ ਉਸ ਦਾ ਵਿਚਾਰ ਸੀ ਕਿ ਉਹ ਟੋਬਾ ਟੇਕ ਸਿੰਘ ਤੋਂ ਹੀ ਆਉਂਦੇ ਹਨ ਜਿੱਥੇ ਉਸ ਦੀ ਜ਼ਮੀਨ ਹੈ। ਪਾਗਲਖਾਨੇ ਵਿੱਚ ਇੱਕ ਪਾਗਲ ਅਜਿਹਾ ਵੀ ਸੀ ਜੋ ਆਪਣੇ ਆਪ ਨੂੰ ਖੁਦਾ ਕਹਿੰਦਾ ਸੀ। ਇੱਕ ਦਿਨ ਉਸ ਤੋਂ ਜਦੋਂ ਬਿਸ਼ਨ ਸਿੰਘ ਨੇ ਪੁੱਛਿਆ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ, ਤਾਂ ਉਸਨੇ ਆਪਣੀ ਆਦਤ ਦੇ ਮੁਤਾਬਕ ਕਹਿ ਲਗਾਇਆ ਤੇ ਕਿਹਾ, ਉਹ ਨਾ ਪਾਕਿਸਤਾਨ ਵਿੱਚ ਹੈ ਨਾ ਹਿੰਦੁਸਤਾਨ ਵਿੱਚ। ਇਸ ਸੰਬੰਧ 'ਚ ਅਸੀਂ ਹਾਲੇ ਤੱਕ ਹੁਕਮ ਜਾਰੀ ਨਹੀਂ ਕੀਤਾ। ਬਿਸ਼ਨ ਸਿੰਘ ਨੇ ਉਸ ਖੁਦਾ ਨੂੰ ਕਈ ਵਾਰ ਮਿਹਨਤ ਤੇ ਖੁਸ਼ਾਮਦ ਨਾਲ ਕਿਹਾ ਕਿ ਉਹ ਉਸ ਨੂੰ ਹੁਕਮ ਦੇ ਦੇਵੇ ਤਾਂ ਕਿ ਝੰਜਟ ਖਤਮ ਹੋਵੇ, ਪਰ ਉਹ ਬਹੁਤ ਰੁੱਝਿਆ ਹੋਇਆ ਸੀ ਕਿਉਂਕਿ ਉਸਨੇ ਹੋਰ ਵੀ ਅਣਗਿਣਤ ਹੁਕਮ ਦੇਣੇ ਸੀ। ਇੱਕ ਦਿਨ ਤੰਗ ਆ ਕੇ ਉਹ ਉਸ ਉੱਤੇ ਵਰ ਪਿਆ। ਉੱਪਰ ਦੀ ਗੜਗੜ ਦੀ ਐਨੈਕਸ ਦੀ ਬੇਧਿਆਨਾਂ ਦੀ ਮੂੰਗ ਦੀ ਦਾਲ ਆ ਵਾਹਿਗੁਰੂ ਜੀ ਕਾ ਖਾਲਸਾ ਐਂਡ ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਉਸ ਦਾ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਹੈ, ਸਿੱਖਾਂ ਦਾ ਖੁਦਾ ਹੁੰਦਾ ਤਾਂ ਜ਼ਰੂਰ ਮੇਰੀ ਸੁਣਦਾ। ਤਬਾਦਲੇ ਦੇ ਕੁਝ ਦਿਨ ਪਹਿਲਾਂ ਟੋਬਾ ਟੇਕ ਸਿੰਘ ਦਾ ਇੱਕ ਮੁਸਲਮਾਨ ਜੋ ਉਸ ਦਾ ਦੋਸਤ ਸੀ ਮੁਲਾਕਾਤ ਲਈ ਆਇਆ। ਪਹਿਲਾਂ ਉਹ ਕਦੇ ਨਹੀਂ ਸੀ ਆਇਆ। ਜਦੋਂ ਬਿਸ਼ਨ ਸਿੰਘ ਨੇ ਉਸ ਨੂੰ ਦੇਖਿਆ ਤਾਂ ਇੱਕ ਪਾਸੇ ਹਟ ਕੇ ਵਾਪਸ ਜਾਣ ਲੱਗਾ, ਪਰ ਸਿਪਾਹੀਆਂ ਨੇ ਉਸ ਨੂੰ ਰੋਕਿਆ। ਇਹ ਤੈਨੂੰ ਮਿਲਣ ਆਇਆ ਹੈ, ਤੇਰਾ ਦੋਸਤ ਫਜ਼ਲੂਦੀਨ ਹੈ। ਬਿਸ਼ਨ ਸਿੰਘ ਨੇ ਫਜ਼ਲੂਦੀਨ ਨੂੰ ਇੱਕ ਨਜ਼ਰ ਦੇਖਿਆ ਤੇ ਕੁਝ ਬੜਬੜਾਉਣ ਲੱਗਾ। ਫਜ਼ਲੂਦੀਨ ਨੇ ਅੱਗੇ ਵੱਧ ਕੇ ਉਸ ਦੇ ਮੋਢੇ ਉੱਤੇ ਹੱਥ ਰੱਖਿਆ। ਮੈਂ ਬਹੁਤ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੈਨੂੰ ਮਿਲਣ ਆਵਾਂ, ਪਰ ਵੇਲ ਹੀ ਨਾ ਮਿਲੀ। ਤੇਰੇ ਸਭ ਆਦਮੀ ਰਾਜ਼ੀ ਖੁਸ਼ੀ ਹਿੰਦੁਸਤਾਨ ਚਲੇ ਗਏ ਸੀ। ਮੈਥੋਂ ਜਿੰਨੀ ਮਦਦ ਹੋ ਸਕੀ ਮੈਂ ਕੀਤੀ। ਤੇਰੀ ਬੇਟੀ ਰੂਪ ਕੌਰ, ਉਹ ਕੁਝ ਕਹਿੰਦੇ ਰੁਕ ਗਿਆ। ਬਿਸ਼ਨ ਸਿੰਘ ਕੁਝ ਯਾਦ ਕਰਨ ਲੱਗਾ। ਬੇਟੀ ਰੂਪ ਕੌਰ? ਫਜ਼ਲੂਦੀਨ ਨੇ ਕੁਝ ਰੁਕ ਕੇ ਕਿਹਾ, ਹਾਂ ਉਹ ਵੀ ਠੀਕ ਹੈ, ਉਹਨਾਂ ਦੇ ਨਾਲ ਹੀ ਚਲੀ ਗਈ ਸੀ। ਬਿਸ਼ਨ ਸਿੰਘ ਚੁੱਪ ਰਿਹਾ। ਫਜ਼ਲੂਦੀਨ ਨੇ ਕਹਿਣਾ ਸ਼ੁਰੂ ਕੀਤਾ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਰਾਜ਼ੀ ਖੁਸ਼ੀ ਪੁੱਛਦਾ ਰਹਾਂ। ਹੁਣ ਮੈਂ ਸੁਣਿਆ ਹੈ ਕਿ ਤੂੰ ਹਿੰਦੁਸਤਾਨ ਜਾ ਰਿਹਾ ਹੈ। ਭਾਈ ਬਲਬੀਰ ਸਿੰਘ ਅਤੇ ਭਾਈ ਵਧਾਵਾ ਸਿੰਘ ਨੂੰ ਮੇਰਾ ਸਲਾਮ ਕਹੀਂ ਅਤੇ ਭੈਣ ਅੰਮ੍ਰਿਤ ਕੌਰ ਨੂੰ ਵੀ। ਭਾਈ ਬਲਬੀਰ ਸਿੰਘ ਨੂੰ ਕਹੀਂ ਫਜ਼ਲੂਦੀਨ ਰਾਜ਼ੀ ਖੁਸ਼ੀ ਹੈ। 2 ਬੂਰੀਆਂ ਮੱਝਾਂ ਜਿਹੜੀਆਂ ਉਹ ਛੱਡ ਗਏ ਸਨ, ਉਹਨਾਂ ਵਿੱਚੋਂ ਇੱਕ ਨੇ ਕੱਟਾ ਦਿੱਤਾ ਹੈ, ਦੂਸਰੀ ਦੇ ਕੱਟੀ ਹੋਈ ਸੀ, ਪਰ ਉਹ 6 ਦਿਨ ਦੀ ਹੋ ਕੇ ਮਰ ਗਈ। ਹੋਰ ਮੇਰੇ ਲਾਇਕ ਜੋ ਖਿਦਮਤ ਹੋਵੇ ਕਹਿਣਾ, ਮੈਂ ਹਰ ਵਕਤ ਤਿਆਰ ਹਾਂ। ਅਤੇ ਇਹ ਤੇਰੇ ਲਈ ਥੋੜ੍ਹੇ ਜਿਹੇ ਮਰੂੰਡੇ ਲਿਆਇਆ ਹਾਂ। ਬਿਸ਼ਨ ਸਿੰਘ ਨੇ ਮਰੂੰਡਿਆਂ ਦੀ ਪੋਟਲੀ ਲੈ ਕੇ ਕੋਲ ਖੜੇ ਸਿਪਾਹੀ ਦੇ ਹਵਾਲੇ ਕਰ ਦਿੱਤੀ ਅਤੇ ਫਜ਼ਲੂਦੀਨ ਨੂੰ ਪੁੱਛਿਆ, ਟੋਬਾ ਟੇਕ ਸਿੰਘ ਕਿੱਥੇ ਹੈ? ਟੋਬਾ ਟੇਕ ਸਿੰਘ? ਜ਼ਰਾ ਹੈਰਾਨੀ ਨਾਲ ਉਸਨੇ ਕਿਹਾ, ਕਿੱਥੇ ਹੈ? ਉੱਥੇ ਹੀ ਹੈ ਜਿੱਥੇ ਸੀ। ਬਿਸ਼ਨ ਸਿੰਘ ਨੇ ਪੁੱਛਿਆ, ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ? ਹਿੰਦੁਸਤਾਨ ਵਿੱਚ। ਨਹੀਂ, ਪਾਕਿਸਤਾਨ ਵਿੱਚ। ਫਜ਼ਲੂਦੀਨ ਬੁਖਲਾ ਜਿਹਾ ਗਿਆ। ਬਿਸ਼ਨ ਸਿੰਘ ਬੜਬੜਾਉਂਦਾ ਹੋਇਆ ਚਲਾ ਗਿਆ। ਉੱਪਰ ਦੀ ਗੜਗੜ ਦੀ ਐਨੈਕਸ ਦੀ ਬੇਧਿਆਨਾਂ ਦੀ ਮੂੰਗ ਦੀ ਦਾਲ ਆਫਦੀ ਪਾਕਿਸਤਾਨ ਐਂਡ ਹਿੰਦੁਸਤਾਨ ਆਫਦੀ ਤੁਰ ਫਿਟੇ ਮੂੰਹ। ਤਬਾਦਲੇ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਇੱਧਰ ਤੋਂ ਉੱਧਰ ਤੇ ਉੱਧਰ ਤੋਂ ਇੱਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪਹੁੰਚ ਗਈਆਂ ਸਨ ਤੇ ਤਬਾਦਲੇ ਦੀ ਤਾਰੀਖ ਵੀ ਨਿਸ਼ਚਿਤ ਹੋ ਚੁੱਕੀ ਸੀ। ਸਖਤ ਸਰਦੀਆਂ ਸੀ।
ਲਾਹੌਰ ਦੇ ਪਾਗਲਖਾਨੇ 'ਚੋਂ ਹਿੰਦੂ ਸਿੱਖ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੇ ਦਸਤੇ ਨਾਲ ਰਵਾਨਾ ਹੋਈਆਂ। ਸੰਬੰਧਿਤ ਅਫਸਰ ਵੀ ਉਹਨਾਂ ਦੇ ਨਾਲ ਸਨ। ਵਾਹਗਾ ਬਾਰਡਰ ਉੱਤੇ ਦੋਵੇਂ ਪਾਸੇ ਦੇ ਸੁਪਰਡੈਂਟ ਇੱਕ ਦੂਸਰੇ ਨਾਲ ਮਿਲੇ ਅਤੇ ਆਰੰਭਕ ਕਾਰਵਾਈ ਖਤਮ ਹੋਣ ਦੇ ਬਾਅਦ ਤਬਾਦਲਾ ਸ਼ੁਰੂ ਹੋ ਗਿਆ, ਜੋ ਰਾਤ ਭਰ ਜਾਰੀ ਰਿਹਾ। ਪਾਗਲਾਂ ਨੂੰ ਲਾਰੀਆਂ ਵਿੱਚੋਂ ਕੱਢਣਾ ਤੇ ਉਹਨਾਂ ਨੂੰ ਦੂਸਰੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਮੁਸ਼ਕਲ ਕੰਮ ਸੀ। ਕੁਝ ਤਾਂ ਬਾਹਰ ਨਿਕਲਦੇ ਹੀ ਨਹੀਂ ਸੀ, ਜੋ ਨਿਕਲਣ ਨੂੰ ਤਿਆਰ ਹੁੰਦੇ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੁੰਦਾ, ਕਿਉਂਕਿ ਉਹ ਇੱਧਰ ਉੱਧਰ ਭੱਜ ਖੜੇ ਹੁੰਦੇ ਸੀ। ਜੋ ਨੰਗੇ ਸਨ ਉਹਨਾਂ ਨੂੰ ਕੱਪੜੇ ਪਹਿਨਾਏ ਜਾਂਦੇ ਤਾਂ ਉਹ ਪਾੜ ਕੇ ਆਪਣੇ ਸਰੀਰ ਤੋਂ ਅਲੱਗ ਕਰ ਦਿੰਦੇ। ਕੋਈ ਗਾਲਾਂ ਬਕ ਰਿਹਾ ਸੀ, ਕੋਈ ਗਾ ਰਿਹਾ ਹੈ, ਕੁਝ ਆਪਸ ਵਿੱਚ ਲੜ ਝਗੜ ਰਹੇ ਹਨ, ਬਕ ਰਹੇ ਹਨ। ਕੰਨੀ ਪਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ। ਪਾਗਲ ਇਸਤਰੀਆਂ ਦਾ ਸ਼ੋਰ ਸ਼ਰਾਬਾ ਅਲੱਗ ਸੀ ਤੇ ਸਰਦੀ ਇੰਨੀ ਕੜਾਕੇ ਦੀ ਸੀ ਕਿ ਦੰਦਾਂ ਨਾਲ ਦੰਦ ਵੱਜਦੇ ਸੀ। ਜ਼ਿਆਦਾਤਰ ਪਾਗਲ ਇਹ ਤਬਾਦਲਾ ਚਾਹੁੰਦੇ ਨਹੀਂ ਸੀ। ਉਹ ਇਸ ਲਈ ਕਿ ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਉਹਨਾਂ ਨੂੰ ਆਪਣੀ ਜਗ੍ਹਾ ਤੋਂ ਉਖਾੜ ਕੇ ਕਿੱਥੇ ਸੁੱਟਿਆ ਜਾ ਰਿਹਾ ਹੈ। ਥੋੜ੍ਹੇ ਜਿਹੇ ਉਹ ਜੋ ਸੋਚ ਸਮਝ ਸਕਦੇ ਸਨ, ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। 2-3 ਵਾਰ ਝਗੜਾ ਹੁੰਦੇ ਬਚਿਆ, ਕਿਉਂਕਿ ਕੁਝ ਹਿੰਦੂਆਂ ਅਤੇ ਸਿੱਖਾਂ ਨੂੰ ਇਹ ਨਾਅਰੇ ਸੁਣ ਕੇ ਤੈਸ਼ ਆ ਗਿਆ ਸੀ। ਜਦੋਂ ਬਿਸ਼ਨ ਸਿੰਘ ਦੀ ਵਾਰੀ ਆਈ ਤਾਂ ਉਸ ਨੂੰ ਦੂਸਰੇ ਪਾਸੇ ਭੇਜਣ ਦੇ ਸੰਬੰਧ ਵਿੱਚ ਅਧਿਕਾਰੀ ਲਿਖਤ ਪੜ੍ਹਨ ਕਰਨ ਲੱਗੇ ਤਾਂ ਉਸਨੇ ਪੁੱਛਿਆ, ਟੋਬਾ ਟੇਕ ਸਿੰਘ ਕਿੱਥੇ ਹੈ? ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ? ਸੰਬੰਧਿਤ ਅਧਿਕਾਰੀ ਹੱਸਿਆ ਅਤੇ ਬੋਲਿਆ, ਪਾਕਿਸਤਾਨ ਵਿੱਚ। ਇਹ ਸੁਣ ਕੇ ਬਿਸ਼ਨ ਸਿੰਘ ਉਛਲ ਕੇ ਇੱਕ ਪਾਸੇ ਹਟਿਆ ਤੇ ਦੌੜ ਕੇ ਆਪਣੇ ਸਾਥੀਆਂ ਦੇ ਕੋਲ ਪਹੁੰਚ ਗਿਆ। ਪਾਕਿਸਤਾਨੀ ਸਿਪਾਹੀਆਂ ਨੇ ਉਸ ਨੂੰ ਫੜ ਲਿਆ ਤੇ ਦੂਸਰੇ ਪਾਸੇ ਲਿਜਾਣ ਲੱਗੀ, ਪਰ ਉਸਨੇ ਚੱਲਣ ਤੋਂ ਇਨਕਾਰ ਕਰ ਦਿੱਤਾ। ਟੋਬਾ ਟੇਕ ਸਿੰਘ ਕਿੱਥੇ ਹੈ? ਜ਼ੋਰ ਨਾਲ ਚੀਕਣ ਲੱਗਾ। ਉੱਪਰ ਦੀ ਗੜਗੜ ਦੀ ਐਨਿਕਸ ਦੀ ਬੇਧਿਆਨਾਂ ਦੀ ਮੂੰਗ ਦੀ ਦਾਲ ਆਫ ਟੋਬਾ ਟੇਕ ਸਿੰਘ ਐਂਡ ਪਾਕਿਸਤਾਨ। ਉੱਪਰ ਦੀ ਗੜਗੜ ਦੀ ਐਨਿਕਸ ਦੀ ਬੇਧਿਆਨਾਂ ਦੀ ਮੂੰਗ ਦੀ ਦਾਲ ਆਫ ਟੋਬਾ ਟੇਕ ਸਿੰਘ ਐਂਡ ਪਾਕਿਸਤਾਨ। ਉਸ ਨੂੰ ਬਹੁਤ ਸਮਝਾਇਆ ਗਿਆ, ਦੇਖ ਟੋਬਾ ਟੇਕ ਸਿੰਘ ਹੁਣ ਹਿੰਦੁਸਤਾਨ ਵਿੱਚ ਚਲਾ ਗਿਆ ਹੈ, ਜੇ ਨਹੀਂ ਗਿਆ ਹੈ ਤਾਂ ਇਸ ਨੂੰ ਤੁਰੰਤ ਹੀ ਭੇਜ ਦਿੱਤਾ ਜਾਊਗਾ। ਪਰ ਉਹ ਨਾ ਮੰਨਿਆ। ਜਦੋਂ ਜ਼ਬਰਦਸਤੀ ਦੂਸਰੇ ਪਾਸੇ ਉਸ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਅੱਧ ਵਿਚਕਾਰ ਇੱਕ ਥਾਂ ਤੇ ਇਸ ਤਰ੍ਹਾਂ ਆਪਣੀਆਂ ਸੁੱਜੀਆਂ ਹੋਈਆਂ ਟੰਗਾਂ ਉੱਤੇ ਖੜਾ ਹੋ ਗਿਆ ਜਿਵੇਂ ਹੁਣ ਕੋਈ ਤਾਕਤ ਉਸ ਨੂੰ ਉੱਥੋਂ ਹਟਾ ਨਹੀਂ ਸਕੇਗੀ। ਕਿਉਂਕਿ ਆਦਮੀ ਨਿਡਰ ਸੀ, ਇਸ ਲਈ ਉਸ ਦੇ ਨਾਲ ਜ਼ਬਰਦਸਤੀ ਨਹੀਂ ਕੀਤੀ ਗਈ। ਉਸ ਨੂੰ ਉੱਥੇ ਹੀ ਖੜਾ ਰਹਿਣ ਦਿੱਤਾ ਗਿਆ ਤੇ ਬਾਕੀ ਕੰਮ ਹੁੰਦਾ ਰਿਹਾ। ਸੂਰਜ ਨਿਕਲਣ ਤੋਂ ਪਹਿਲਾਂ ਅਡੋਲ ਖੜੇ ਹੋਏ ਬਿਸ਼ਨ ਸਿੰਘ ਦੇ ਗਲੇ ਵਿੱਚੋਂ ਇੱਕ ਅਸਮਾਨ ਨੂੰ ਚੀਰਦੀ ਹੋਈ ਚੀਕ ਨਿਕਲੀ। ਇੱਧਰੋਂ ਉੱਧਰੋਂ ਕਈ ਅਫਸਰ ਦੌੜੇ ਆਏ ਤੇ ਦੇਖਿਆ ਕਿ ਉਹ ਆਦਮੀ ਜੋ 15 ਵਰ੍ਹਿਆਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਉੱਤੇ ਖੜਾ ਰਿਹਾ, ਮੂੰਹ ਤੇ ਮੂੰਹ ਡਿੱਗਿਆ ਪਿਆ ਸੀ। ਇੱਧਰ ਕੰਡੇਦਾਰ ਤਾਰਾਂ ਦੇ ਪਿੱਛੇ ਹਿੰਦੁਸਤਾਨ, ਉੱਧਰ ਉਹ ਜਿਹੀਆਂ ਹੀ ਕੰਡੇਦਾਰ ਤਾਰਾਂ ਦੇ ਪਿੱਛੇ ਪਾਕਿਸਤਾਨ। ਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸ ਦਾ ਕੋਈ ਨਾਮ ਨਹੀਂ ਸੀ, ਟੋਬਾ ਟੇਕ ਸਿੰਘ ਚੌਫਾਲ ਪਿਆ ਸੀ। ਦੋਸਤੋ, ਇਹ ਸੀ ਸਾਦਤ ਹਸਨ ਮੰਟੋ ਦੀ ਲਿਖੀ ਹੋਈ ਕਹਾਣੀ ਟੋਬਾ ਟੇਕ ਸਿੰਘ। ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਐਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਰਚਨਾਵਾਂ ਨੂੰ ਸੁਣਨ ਲਈ ਚੈਨਲ ਚਾਹ ਤੇ ਕਿਤਾਬ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰ ਸਕਦੇ ਹੋ। ਧੰਨਵਾਦ।